ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਦਿੱਤੀ ਵੱਡੀ ਖੁਸ਼ਖਬਰੀ, ਕੈਨੇਡਾ ਨੂੰ ਮਿਲੇਗਾ ਇੱਕ ਹੋਰ ਨਵਾਂ ਕਰੋਨਾ ਵੈਕਸੀਨ। ਓਟਵਾ ਦੇ ਵਿੱਚ ਲੱਗਿਆ ਪਹਿਲਾ ਕਰੋਨਾ ਟੀਕਾ, ਟਰੂਡੋ ਵੀ ਆਏ ਖੁਦ ਜਾਇਜ਼ਾ ਲੈਣ। ਅਕਤੂਬਰ ਮਹੀਨੇ ਦੇ ਵਿੱਚ ਕੈਨੇਡਾ ਨੇ ਕੀਤਾ 15,000 ਦਾ ਸਵਾਗਤ, ਜ਼ਿਆਦਾ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਹੈ ਟੀਚਾ। ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਪੱਕਾ ਹੋਣਾ ਹੋਇਆ ਸੌਖਾ, ਇਮੀਗ੍ਰੇਸ਼ਨ ਮੰਤਰੀ ਨੇ ਕਰ ਦਿੱਤਾ ਵੱਡਾ ਐਲਾਨ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕੋਵਿਡ-19 ਦੇ ਮਾਮਲੇ ਸਾਹਮਣੇ। ਸ਼ੁਰੂਆਤ ਕਰਦੇ ਹਾਂ ਕੋਵਿਡ-19 ਵੈਕਸੀਨ ਦੀ ਵੱਡੀ ਅਪਡੇਟ ਦੇ ਨਾਲ। ਹਾਲ ਹੀ ਦੇ ਵਿੱਚ ਕੋਵਿਡ-19 ਵੈਕਸੀਨ ਨੂੰ ਹੈਲਥ ਕੈਨੇਡਾ ਨੇ ਅਪਰੂਵ ਕੀਤਾ, ਜਿਸ ਤੋਂ ਬਾਅਦ ਟੀਕਾਕਰਨ ਦੀ ਸ਼ੁਰੂਆਤ ਇੱਥੇ ਹੋ ਗਈ ਹੈ। ਕੱਲ੍ਹ ਵੀ ਵੱਖ-ਵੱਖ ਥਾਵਾਂ ਦੇ ਉੱਪਰ ਵੈਕਸੀਨ ਲਗਾਏ ਗਏ ਤੇ ਅੱਜ ਵੀ ਕਈ ਹਿੱਸਿਆਂ ਦੇ ਵਿੱਚ ਇਹ ਸਿਲਸਿਲਾ ਜਾਰੀ ਰਿਹਾ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਖੁਦ ਇਹ ਖੁਸ਼ਖਬਰੀ ਕੈਨੇਡੀਅਨਸ ਨੂੰ ਦਿੱਤੀ ਗਈ ਹੈ ਕਿ ਹੁਣ ਇੱਕ ਹੋਰ ਨਵਾਂ ਕੋਵਿਡ ਵੈਕਸੀਨ ਕੈਨੇਡਾ ਨੂੰ ਮਿਲ ਜਾਵੇਗਾ। ਦਰਅਸਲ ਮੋਡਰਨਾ ਫਾਰਮਾਸਿਊਟੀਕਲ ਕੰਪਨੀ ਵੱਲੋਂ ਆਪਣਾ ਕਰੋਨਾ ਦਾ ਟੀਕਾ ਤਿਆਰ ਕੀਤਾ ਗਿਆ। ਹੈਲਥ ਕੈਨੇਡਾ ਇਸ ਨੂੰ ਜੋ ਰਿਵਿਊ ਕਰ ਰਹੀ ਹੈ, ਉਸ ਦੀ ਰਿਪੋਰਟ ਇਸ ਹਫਤੇ ਦੇ ਅੰਦਰ ਮਿਲ ਜਾਏਗੀ, ਜਿਸ ਤੋਂ ਬਾਅਦ ਜੇਕਰ ਉਸ ਨੂੰ ਅਪਰੂਵ ਕੀਤਾ ਜਾਂਦਾ ਹੈ ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਕੈਨੇਡਾ ਕੋਲ ਦੂਸਰਾ ਕੋਵਿਡ-19 ਵੈਕਸੀਨ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ, ਜਿਸ ਦੇ ਤਹਿਤ ਹੁਣ ਕੈਨੇਡਾ ਨੂੰ ਇੱਕ ਹੋਰ ਨਵਾਂ ਵੈਕਸੀਨ ਮਿਲਣ ਜਾ ਰਿਹਾ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ ਵੈਕਸੀਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੋਡਰਨਾ ਕੋਵਿਡ ਵੈਕਸੀਨ ਇਸ ਮਹੀਨੇ ਦੇ ਅੰਤ ਤੱਕ ਕੈਨੇਡਾ ਕੋਲ ਆ ਜਾਵੇਗੀ। ਉਹਨਾਂ ਦੱਸਿਆ ਕਿ ਹੈਲਥ ਕੈਨੇਡਾ ਇਸ ਨੂੰ ਰਿਵਿਊ ਕਰਨ ਦੇ ਆਖਰੀ ਸਟੇਜ ਤੇ ਹੈ ਅਤੇ ਇਸ ਦਾ ਨਤੀਜਾ ਉਹਨਾਂ ਕੋਲ ਇਸ ਹਫ਼ਤੇ ਆ ਜਾਵੇਗਾ। ਜੇ ਇਸ ਨੂੰ ਅਪਰੂਵਲ ਮਿਲ ਜਾਂਦੀ ਹੈ ਤਾਂ ਇਸ ਟੀਕੇ ਦੀਆਂ 1,78,000 ਖੁਰਾਕਾਂ ਦਸੰਬਰ ਤੋਂ ਪਹਿਲਾਂ ਕੈਨੇਡਾ ਪਹੁੰਚਣਗੀਆਂ। ਇਸ ਮੌਕੇ ਤੇ ਟਰੂਡੋ ਵੱਲੋਂ ਫਾਈਜ਼ਰ ਵੈਕਸੀਨ ਦੀ ਵੀ ਗੱਲ ਕੀਤੀ ਗਈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਉਹਨਾਂ ਵੱਲੋਂ ਹੋਰ ਕਿਹਾ ਗਿਆ। This morning, I just came from visiting the Ottawa Hospital. I spoke to nurses, doctors, and staff about delivering vaccine doses. I also thanked them for their outstanding work, day in, day out, throughout the months of this pandemic, for everything they're doing to keep us and our loved ones safe. C'était un grand plaisir pour moi ce matin d'aller voir à l'hôpital d'Ottawa pour rencontrer les travailleurs de première ligne, pour leur remercier directement pour le travail incroyable qu'ils sont en train de faire. On commence à être au début de la fin avec l'arrivée des vaccins, mais il y a encore beaucoup de travail à faire pour garder les Canadiens en sécurité pour les prochains mois, et je sais qu'ils vont continuer d'être là pour nous. On Sunday night, the very first doses of a COVID-19 vaccine arrived in Canada. Less than 24 hours later, vaccinations had already started for the most vulnerable and frontline workers. This morning, I have even more good news to share. I can announce that Canada has secured our second agreement for early doses of COVID-19 vaccines. Canada is now contracted to receive up to 168,000 doses of the Moderna COVID-19 vaccine before the end of December, pending Health Canada approval. These doses are part of the guaranteed 40 million doses we have secured from Moderna, and deliveries could begin within 48 hours of regulatory approval. Like the co-founder of Moderna pointed out a few weeks ago, Canada was among the very first to pre-order their vaccine. That, combined with our solid plan for vaccine rollout, is why we have an agreement for early doses. As with the early shipments of the Pfizer vaccine, this moves us even further forward on getting Canadians protected as quickly as possible. The regulatory process for the Moderna vaccine is ongoing, but again, I want to assure Canadians that any vaccine approved in Canada will be both safe and effective. ਬਰੈਂਪਟਨ ਦੇ ਵਿੱਚ ਪੰਜਾਬੀ ਨੌਜਵਾਨ ਨੂੰ ਇੱਕ ਖਾਸ ਇਨਾਮ ਸਨਮਾਨ ਮਿਲਣ ਜਾ ਰਿਹਾ ਹੈ। ਦਰਅਸਲ ਇਸ ਦਾ ਨਾਮ ਹਰਮਨ ਗਿੱਲ ਹੈ ਤੇ ਇਸ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ 3 ਲੋਕਾਂ ਦੀ ਜਾਨ ਬਚਾਈ ਗਈ ਸੀ। ਸੋ ਗੱਡੀ ਜੋ ਅੱਗ ਦੇ ਹਵਾਲੇ ਹੋ ਗਈ ਸੀ, ਉਸ ਦੇ ਵਿੱਚ 3 ਜਾਣੇ ਮੌਜੂਦ ਸਨ। ਵਾਰੋ-ਵਾਰੀ ਉਹਨਾਂ ਦੀ ਜਾਨ ਹਰਮਨ ਵੱਲੋਂ ਬਚਾਈ ਗਈ ਹੈ ਤੇ ਇਸ ਦੇ ਲਈ ਹੁਣ ਉਹਨੂੰ ਸਨਮਾਨਿਤ ਕੀਤਾ ਜਾਏਗਾ। ਕਿਹੜਾ ਇਹ ਅਵਾਰਡ ਉਸ ਨੂੰ ਖਾਸ ਤੌਰ ਦੇ ਉੱਪਰ ਮਿਲਣ ਜਾ ਰਿਹਾ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ।
ਬਰੈਂਪਟਨ ਦੇ ਵਿੱਚ ਹਰਮਨਜੀਤ ਸਿੰਘ ਗਿੱਲ ਨੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨੌਜਵਾਨ ਨੇ ਇੱਥੇ ਆਪਣੀ ਬਹਾਦਰੀ ਦੇ ਝੰਡੇ ਕੱਢੇ ਨੇ। ਆਪਣੀ ਸਮਝ ਦਾ ਇਸਤੇਮਾਲ ਕਰਦਿਆਂ ਇਸਨੇ 3 ਜਾਣਿਆਂ ਦੀ ਜਾਨ ਬਚਾਈ। ਹਰਮਨਜੀਤ ਸਿੰਘ ਗਿੱਲ, ਜਿਸ ਨੂੰ ਹਰਮਨ ਗਿੱਲ ਵੀ ਕਿਹਾ ਜਾਂਦਾ ਹੈ, ਇਸ ਨੂੰ ਕਾਰਨੇਗੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਕਾਰਨੇਗੀ ਮੈਡਲ ਉਹਨਾਂ ਆਮ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਜ਼ਿੰਦਗੀ ਨੂੰ ਅਸਾਧਾਰਨ ਢੰਗ ਦੇ ਨਾਲ ਦਾਅ ਤੇ ਲਗਾ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਹਰਮਨ ਗਿੱਲ ਵੱਲੋਂ ਵੀ ਕੀਤਾ ਗਿਆ। ਦੱਸੀਏ ਕਿ ਗਿੱਲ ਉਸ ਸਮੇਂ 20 ਸਾਲਾਂ ਦਾ ਸੀ ਜਦੋਂ ਉਸਨੇ 2018 ਵਿੱਚ ਬਰੈਂਪਟਨ ਦੇ ਵਿਲੀਅਮਸ ਪਾਰਕਵੇ ਦੇ ਨੇੜੇ ਕ੍ਰੈਡਿਟ ਵਿਊ ਡਰਾਈਵ ਲਾਗੇ ਇੱਕ SUV ਜੋ ਕਿ ਕਾਰ ਦੇ ਨਾਲ ਟਕਰਾ ਕੇ ਅੱਗ ਦੀਆਂ ਲਪਟਾਂ ਦੇ ਵਿੱਚ ਆ ਗਈ ਸੀ, ਇਸ ਵਿੱਚੋਂ 3 ਜਾਣਿਆਂ ਨੂੰ ਬਚਾ ਲਿਆ ਸੀ। 3 ਜਾਣੇ ਗੱਡੀ ਦੇ ਵਿੱਚ ਫਸ ਗਏ ਸਨ। ਖਤਰਾ ਹੋਣ ਦੇ ਬਾਵਜੂਦ ਵੀ ਗਿੱਲ SUV ਵੱਲ ਭੱਜਿਆ ਅਤੇ ਵਾਰੀ-ਵਾਰੀ 3 ਜਾਣਿਆਂ ਨੂੰ ਬਚਾ ਲਿਆ। ਇਸ ਹਾਦਸੇ ਦੇ ਵਿੱਚ ਉਸਦੇ ਹੱਥ ਉੱਤੇ ਸੱਟਾਂ ਲੱਗ ਗਈਆਂ ਸਨ। ਜਾਣਕਾਰੀ ਲਈ ਦੱਸ ਦਈਏ ਕਿ ਇਹ ਅਵਾਰਡ ਸਾਲ 1904 ਦੇ ਵਿੱਚ ਸ਼ੁਰੂ ਹੋਇਆ ਸੀ, ਜੋ ਅਸਾਧਾਰਨ ਬਹਾਦਰੀ ਦਿਖਾਉਣ ਦੇ ਲਈ ਦਿੱਤਾ ਜਾਂਦਾ ਹੈ ਤੇ ਹਰਮਨ ਗਿੱਲ ਨੂੰ ਉਸਦੀ ਬਹਾਦਰੀ ਦੇ ਲਈ ਇਹ ਮੈਡਲ ਦਿੱਤਾ ਜਾਵੇਗਾ। 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਸੀ, ਜਿਸ ਵਿੱਚ ਜਿੱਤ ਦਰਜ ਜੋ ਬਾਈਡਨ ਵੱਲੋਂ ਕੀਤੀ ਗਈ ਸੀ ਤੇ ਹੁਣ ਉਹਨਾਂ ਨੂੰ ਆਫੀਸ਼ੀਅਲੀ ਜੇਤੂ ਡਿਕਲੇਅਰ ਜਾਣੀ ਕਿ ਐਲਾਨ ਕਰ ਦਿੱਤਾ ਗਿਆ ਹੈ। 20 ਜਨਵਰੀ ਨੂੰ ਉਹ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕਣ ਜਾ ਰਹੇ ਨੇ। ਅਜਿਹੇ ਦੇ ਵਿੱਚ ਹੁਣ ਸਵਾਲ ਖੜਾ ਹੁੰਦਾ ਹੈ ਕਿ ਡੋਨਲਡ ਟਰੰਪ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ, ਕਿਉਂਕਿ ਉਹਨਾਂ ਵੱਲੋਂ ਕੁਝ ਸਮੇਂ ਪਹਿਲਾਂ ਇਹ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਇਲੈਕਟਰਲ ਵੋਟਸ ਦੇ ਵਿੱਚ ਉਹ ਜਿੱਤ ਹਾਸਲ ਕਰਦੇ ਨੇ, ਮੋਹਰ ਲੱਗ ਜਾਂਦੀ ਹੈ ਆਫੀਸ਼ੀਅਲੀ, ਤਾਂ ਉਹ ਫਿਰ ਵਾਈਟ ਹਾਊਸ ਛੱਡ ਦੇਣਗੇ। ਹੁਣ ਸਵਾਲ ਦਾ ਜਵਾਬ ਸੂਤਰਾਂ ਦੇ ਹਵਾਲੇ ਤੋਂ ਇਹ ਮਿਲ ਰਿਹਾ ਹੈ ਕਿ ਡੋਨਲਡ ਟਰੰਪ ਇਸ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਦੱਸ ਦਈਏ ਕਿ ਵਲਾਦੀਮੀਰ ਪੁਤਿਨ ਵੱਲੋਂ ਵੀ ਉਹਨਾਂ ਨੂੰ ਮੁਬਾਰਕਬਾਦ ਆਖੀ ਗਈ ਹੈ, ਕਿਉਂਕਿ ਇਹ ਪਹਿਲਾਂ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਜਦ ਤੱਕ ਜੋ ਬਾਈਡਨ ਨੂੰ ਆਫੀਸ਼ੀਅਲੀ ਜੇਤੂ ਕਰਾਰ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਵਧਾਈ ਨਹੀਂ ਦੇਣਗੇ ਤੇ ਹੁਣ ਉਹਨਾਂ ਨੇ ਵਧਾਈਆਂ ਭੇਜ ਦਿੱਤੀਆਂ ਨੇ। ਹੁਣ ਜੋ ਬਾਈਡਨ ਦੀ ਜਿੱਤ ਦੇ ਉੱਪਰ ਮੋਹਰ ਲੱਗ ਗਈ ਹੈ, ਜਾਣੀ ਕਿ ਇਸ ਦੀ ਹੁਣ ਆਫੀਸ਼ੀਅਲ ਪੁਸ਼ਟੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ ਜੋ ਬਾਈਡਨ 20 ਜਨਵਰੀ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋ ਬਾਈਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਬਹੁਮਤ ਦੇ ਕੇ ਉਹਨਾਂ ਦੀ ਜਿੱਤ ਦੀ ਆਫੀਸ਼ੀਅਲ ਪੁਸ਼ਟੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਹ ਲੀਗਲ ਬੈਟਲ ਸਲੋ ਹੋ ਜਾਵੇਗੀ, ਜਿਸ ਦੇ ਵਿੱਚ ਚੋਣ ਵਿੱਚ ਵੱਡੇ ਪੱਧਰ ਤੇ ਹੇਰਾਫੇਰੀ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਬਾਈਡਨ ਨੂੰ 50 ਸਟੇਟਸ ਦੇ ਵਿੱਚੋਂ 306 ਇਲੈਕਟਰਲ ਵੋਟਸ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ ਕਿਸੇ ਵੀ ਉਮੀਦਵਾਰ ਨੂੰ ਜਿੱਤ ਦੇ ਲਈ 270 ਇਲੈਕਟਰਲ ਵੋਟਸ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ ਹੁਣ VOTING ਦੇ ਨਤੀਜਿਆਂ ਨੂੰ ਵਾਸ਼ਿੰਗਟਨ ਭੇਜਿਆ ਜਾਵੇਗਾ। ਇੱਥੇ 6 ਜਨਵਰੀ ਨੂੰ ਕਾਂਗਰਸ ਦੇ ਸਾਂਝੇ ਇਜਲਾਸ ਦੇ ਵਿੱਚ ਆਫੀਸ਼ੀਅਲੀ ਉਸ ਦੀ ਗਿਣਤੀ ਹੋਵੇਗੀ। ਇਸ ਦੀ ਪ੍ਰਧਾਨਗੀ ਉਪ ਰਾਸ਼ਟਰਪਤੀ ਮਾਈਕ ਪੈਂਸ ਕਰਨਗੇ। ਇਸ ਪਿੱਛੋਂ ਬਾਈਡਨ ਦਾ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦਾ ਰਸਤਾ ਖੁੱਲ ਜਾਵੇਗਾ। ਪਿਛਲੇ ਮਹੀਨੇ ਟਰੰਪ ਨੇ ਕਿਹਾ ਸੀ ਜੇਕਰ ਜੋ ਬਾਈਡਨ ਦੇ ਇਲੈਕਟਰਲ ਵੋਟਸ ਦੀ ਜਿੱਤ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਵਾਈਟ ਹਾਊਸ ਛੱਡ ਦੇਣਗੇ। ਹੁਣ ਇਸ ਗੱਲ ਤੇ ਸਵਾਲ ਖੜੇ ਹੋ ਰਹੇ ਹਨ ਕਿ ਟਰੰਪ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਕਿ ਨਹੀਂ। ਦੱਸੀਏ ਕਿ ਵਾਈਟ ਹਾਊਸ ਦੇ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ। ਨਾਲ ਹੀ ਦੱਸ ਦਈਏ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਚੋਣ ਜਿੱਤਣ ਤੇ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਸੀ ਕਿ ਜਦੋਂ ਤੱਕ ਆਫੀਸ਼ੀਅਲ ਤੌਰ ਦੇ ਉੱਪਰ ਜੇਤੂ ਦੀ ਪੁਸ਼ਟੀ ਨਹੀਂ ਹੋ ਜਾਂਦੀ ਤਦ ਤੱਕ ਉਹ ਬਾਈਡਨ ਨੂੰ ਜਿੱਤ ਦੀ ਵਧਾਈ ਨਹੀਂ ਦੇਣਗੇ। ਕੋਵਿਡ-19 ਦਾ ਟੀਕਾ ਤਾਂ ਮਿਲ ਗਿਆ ਹੈ, ਪਰ ਇਸ ਵੈਕਸੀਨ ਦੇ ਉੱਪਰ ਹੁਣ ਖਤਰਾ ਮੰਡਰਾ ਰਿਹਾ ਹੈ। ਇਹ ਖਤਰਾ ਹੈ ਸਾਈਬਰ ਅਟੈਕ ਦਾ। ਦਰਅਸਲ ਹਾਲ ਹੀ ਦੇ ਵਿੱਚ ਫਾਈਜ਼ਰ ਕੰਪਨੀ ਦੇ ਟੀਕੇ ਦੇ ਉੱਪਰ ਅਟੈਕ ਕੀਤਾ ਗਿਆ ਸੀ ਤੇ ਹੁਣ ਇਸ ਨਿਸ਼ਾਨੇ ਦੇ ਉੱਪਰ ਮੋਡਰਨਾ ਦਾ ਕੋਵਿਡ-19 ਵੈਕਸੀਨ ਆਇਆ ਹੈ। ਸੋ ਇਹ ਜਾਣਕਾਰੀ ਕੰਪਨੀ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਕਿਹਾ ਹੈ ਕਿ ਕੁਝ ਜ਼ਰੂਰੀ ਡਾਕੂਮੈਂਟਸ ਚੋਰੀ ਕੀਤੇ ਗਏ ਨੇ। ਸੋ ਬਾਕੀ ਤੁਹਾਨੂੰ ਅਪਡੇਟ ਅਸੀਂ ਇਸ ਖਬਰ ਦੇ ਵਿੱਚ ਦੱਸਾਂਗੇ। ਕਾਫੀ ਦੇਰ ਤੋਂ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਸੀ। ਉਹ ਇੰਤਜ਼ਾਰ ਤਾਂ ਖਤਮ ਹੋ ਗਿਆ, ਪਰ ਹੁਣ ਵੈਕਸੀਨ ਨਵੇਂ ਖਤਰੇ ਦਾ ਸਾਹਮਣਾ ਕਰ ਰਹੇ ਹਨ ਅਤੇ ਇੱਕ ਖਤਰਾ ਹੈ ਸਾਈਬਰ ਅਟੈਕ ਦਾ। ਫਾਈਜ਼ਰ ਤੋਂ ਬਾਅਦ ਮੋਡਰਨਾ ਵੈਕਸੀਨ ਉੱਤੇ ਸਾਈਬਰ ਅਟੈਕ ਹੋਇਆ ਹੈ। ਕੈਨੇਡਾ, ਸਾਊਦੀ ਅਰਬ, ਬਹਿਰੀਨ, ਸਿੰਗਾਪੁਰ, ਅਮਰੀਕਾ ਆਦਿ ਦੇਸ਼ਾਂ ਨੇ ਫਾਈਜ਼ਰ ਬਾਇਓਟੈਕ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਤੇ ਹੁਣ ਵੈਕਸੀਨ ਦੇ ਉੱਪਰ ਸਾਈਬਰ ਅਪਰਾਧੀਆਂ ਦੀ ਨਜ਼ਰ ਹੈ ਤੇ ਲਗਾਤਾਰ ਵੈਕਸੀਨ ਦੇ ਡਾਟਾ ਨੂੰ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ।
ਹੁਣ ਤਾਜ਼ਾ ਘਟਨਾ ਦੇ ਨਾਲ ਦੁਨੀਆ ਦੇ ਵਿਗਿਆਨੀ ਸਾਵਧਾਨ ਹੋ ਗਏ ਹਨ। ਅਮਰੀਕੀ ਦਵਾਈ ਕੰਪਨੀ ਮੋਡਰਨਾ ਦੀ ਵੈਕਸੀਨ ਦਾ ਡੇਟਾ ਚੋਰੀ ਕਰਨ ਦੇ ਲਈ ਕੰਪਨੀ ਦੇ ਡੇਟਾ ਸੈਂਟਰ ਉੱਤੇ ਸਾਈਬਰ ਅਟੈਕ ਕੀਤਾ ਗਿਆ ਅਤੇ ਕੁਝ ਅਹਿਮ ਡਾਕੂਮੈਂਟਸ ਵੀ ਚੋਰੀ ਕਰ ਲਏ ਗਏ ਨੇ। ਇਹ ਜਾਣਕਾਰੀ ਖੁਦ ਮੋਡਰਨਾ ਵੱਲੋਂ ਦਿੱਤੀ ਗਈ ਹੈ। ਮੋਡਰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਈਬਰ ਅਟੈਕ ਦੇ ਵਿੱਚ ਉਸ ਦੀ ਵੈਕਸੀਨ ਦੇ ਨਾਲ ਜੁੜੇ ਕੁਝ ਅਹਿਮ ਡਾਕੂਮੈਂਟਸ ਚੋਰੀ ਕਰ ਲਏ ਗਏ ਨੇ। ਦੱਸੀਏ ਕਿ ਇਸ ਤੋਂ ਪਹਿਲਾਂ ਹਮਲਾਵਰਾਂ ਨੇ ਅਮਰੀਕੀ ਕੰਪਨੀ ਫਾਈਜ਼ਰ ਅਤੇ ਜਰਮਨ ਕੰਪਨੀ ਬਾਇਓਟੈਕ ਦੇ ਡੇਟਾ ਸੈਂਟਰ ਦੇ ਉੱਪਰ ਅਟੈਕ ਕੀਤਾ ਸੀ। ਕਿਸਾਨ ਅੰਦੋਲਨ ਹੁਣ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ। ਅਸੀਂ ਸਾਰੇ ਜਾਣਦੇ ਹਾਂ ਵਿਦੇਸ਼ਾਂ ਦੇ ਵਿੱਚੋਂ ਵੀ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਪਰ ਬ੍ਰਿਟੇਨ ਦੇ ਕੁਝ ਵਿਦਿਆਰਥੀ ਵੀ ਹੁਣ ਇਸ ਦੀ ਸਪੋਰਟ ਦੇ ਵਿੱਚ ਆ ਗਏ ਨੇ। ਦਰਅਸਲ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕੁਝ ਵਿਦਿਆਰਥੀ ਇੱਥੇ ਜਿਹੜੇ ਟੀਚਰਸ ਨੇ ਉਹ ਵੀ ਜੋ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਨੇ। ਉਹਨਾਂ ਕਿਹਾ ਹੈ ਕਿ ਇਹਨਾਂ ਕਾਨੂੰਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਏਗਾ ਕਿਉਂਕਿ ਕਾਰਪੋਰੇਟ ਸੈਕਟਰ ਨੂੰ ਇਸ ਦਾ ਫਾਇਦਾ ਹੋਏਗਾ। ਇਸ ਦੇ ਉੱਪਰ ਉਹਨਾਂ ਨੇ ਹੋਰ ਕੀ ਗੱਲ ਆਪਣੀ ਕਹੀ ਹੈ ਉਹ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਵਿਦੇਸ਼ਾਂ ਦੇ ਵਿੱਚੋਂ ਕਿਸਾਨ ਅੰਦੋਲਨ ਨੂੰ ਸਪੋਰਟ ਮਿਲ ਰਹੀ ਹੈ। ਹੁਣ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ, ਫੈਕਲਟੀ, ਬਾਕੀ ਸਟਾਫ ਮੈਂਬਰ ਅਤੇ ਪੁਰਾਣੇ ਵਿਦਿਆਰਥੀ ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਆਕਸਫੋਰਡ ਦੇ ਵਿੱਚ ਖੇਤੀ ਕਾਨੂੰਨਾਂ ਖਿਲਾਫ ਪ੍ਰਗਟਾਏ ਰੋਸ ਮੌਕੇ ਕਈ ਵਿਦਿਆਰਥੀ ਅਤੇ ਅਕਾਦਮਿਕ ਸ਼ਖਸੀਅਤਾਂ ਹਾਜ਼ਰ ਸਨ। ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਕਰਦਿਆਂ ਦਾਅਵਾ ਕੀਤਾ ਗਿਆ ਕਿ ਤਿੰਨੇ ਖੇਤੀ ਕਾਨੂੰਨਾਂ ਦੇ ਮਾੜੇ ਅਸਰ ਹੋਣਗੇ। ਉਨ੍ਹਾਂ ਕਿਹਾ ਕਿ ਇਹਨਾਂ ਦੇ ਨਾਲ ਐਗਰੀਕਲਚਰਲ ਪ੍ਰੋਡਕਟਸ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਣਗੀਆਂ ਅਤੇ ਛੋਟੇ ਕਿਸਾਨ ਕਾਰਪੋਰੇਟ ਘਰਾਣਿਆਂ ਤੇ ਨਿਰਭਰ ਹੋ ਜਾਣਗੇ, ਜਾਣੀ ਕਿ ਉਹਨਾਂ ਤੇ ਡਿਪੈਂਡ ਹੋ ਜਾਣਗੇ। ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਦੇ ਨਾਲ ਸਲਾਹ ਮਸ਼ਵਰੇ ਬਗੈਰ ਹੀ ਲਾਗੂ ਕਰ ਦਿੱਤੇ, ਜੋ ਕਿ ਡੈਮੋਕ੍ਰੇਸੀ ਦੇ ਅਗੇਂਸਟ ਹੈ। ਵਿਦਿਆਰਥੀਆਂ ਨੇ ਨਾਲ ਹੀ ਕਿਹਾ ਕਿ ਬਿੱਲ ਪਾਸ ਕਰਨ ਵੇਲੇ ਪਾਰਲੀਮੈਂਟਰੀ ਪ੍ਰੋਸੈਸ ਦੀ ਵੀ ਉਲੰਘਣਾ ਕੀਤੀ ਗਈ। ਉਨ੍ਹਾਂ ਭਾਰਤ ਸਰਕਾਰ ਤੋਂ ਤਿੰਨ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ MSP ਦੀ ਗਾਰੰਟੀ ਦੇਣੀ ਚਾਹੀਦੀ ਹੈ। ਦੱਸੀਏ ਕਿ ਭਾਰਤ ਦੇ ਵਿੱਚ ਤਾਂ ਕਿਸਾਨ ਲਗਾਤਾਰ ਅੰਦੋਲਨ ਕਰ ਹੀ ਰਹੇ ਨੇ, ਪਰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੀ ਇਸ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਸਰਕਾਰ ਕਿਸਾਨਾਂ ਦੇ ਨਾਲ ਬੈਠ ਕੇ ਸਲਾਹ ਮਸ਼ਵਰਾ ਕਰੇ ਅਤੇ ਉਹਨਾਂ ਨੂੰ MSP ਦੀ ਗਾਰੰਟੀ ਦੇਵੇ। ਕੈਨੇਡਾ ਦੇ ਨਾਲ ਅਮਰੀਕਾ ਦੇ ਵਿੱਚ ਵੀ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਹੈ। ਨਿਊਯਾਰਕ ਦੀ ਨਰਸ ਨੂੰ ਇਹ ਪਹਿਲਾ ਕਰੋਨਾ ਦਾ ਟੀਕਾ ਲਗਾਉਣ ਦੇ ਨਾਲ ਹੀ ਇਸ ਨੂੰ ਸਟਾਰਟ ਕੀਤਾ ਗਿਆ। ਸੋ ਹੁਣ ਵੱਖ-ਵੱਖ ਜਿਹੜੇ ਹਸਪੀਟਲਸ ਨੇ ਉੱਥੇ ਇਸ ਕਰੋਨਾ ਟੀਕੇ ਨੂੰ ਭੇਜਿਆ ਜਾ ਰਿਹਾ ਹੈ, ਜਾਣੀ ਕਿ ਡਿਸਟ੍ਰੀਬਿਊਟ ਅਮਰੀਕਾ ਦੇ ਵਿੱਚ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਸਮੇਂ ਕੋਵਿਡ-19 ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੀ ਹੈ ਤੇ ਅਜਿਹੇ ਦੇ ਵਿੱਚ ਹਾਲਾਤਾਂ ਨੂੰ ਕਾਬੂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਲਦ ਤੋਂ ਜਲਦ ਕਾਬੂ ਕਰਨਾ ਵੀ ਬਹੁਤ ਜ਼ਿਆਦਾ ਅਹਿਮ ਹੈ। ਅਮਰੀਕਾ ਦੇ ਵਿੱਚ ਕਰੋਨਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ। ਨਿਊਯਾਰਕ ਦੀ ਨਰਸ ਨੂੰ ਵੈਕਸੀਨ ਦੇਣ ਦੇ ਨਾਲ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ। ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਦੇ ਲਈ ਹੈਲਥ ਵਰਕਰਸ ਨੂੰ ਟੀਕਾ ਲਗਾਉਣ ਦੀ ਲਾਈਨ ਦੇ ਵਿੱਚ ਅੱਜ ਦੇਸ਼ ਦੇ ਹੋਰ ਹਸਪਤਾਲ ਕਰਮਚਾਰੀਆਂ ਨੂੰ ਵੀ ਟੀਕਾ ਲੱਗੇਗਾ। ਦੂਜੇ ਪਾਸੇ ਫੈਡਰਲ ਸਿਹਤ ਅਧਿਕਾਰੀ ਦੂਜੀ ਕੰਪਨੀ ਦੇ ਟੀਕੇ ਨੂੰ ਰਿਵਿਊ ਕਰ ਰਹੇ ਹਨ। ਫਾਈਜ਼ਰ ਬਾਇਓਟੈਕ ਕੰਪਨੀ ਦੇ ਟੀਕੇ ਨੂੰ ਬਹੁਤ ਘੱਟ ਤਾਪਮਾਨ ਦੇ ਵਿੱਚ ਰੱਖਣ ਦੇ ਲਈ ਡਰਾਈ ਆਈਸ ਦੇ ਵਿੱਚ ਪੈਕ ਕੀਤਾ ਜਾ ਰਿਹਾ ਹੈ। ਟੀਕੇ ਦਾ ਬੈਚ 400 ਹੋਰ ਹਸਪਤਾਲਾਂ ਵਿੱਚ ਅਤੇ ਹੋਰ ਵੰਡਣ ਵਾਲੇ ਸਥਾਨਾਂ ਤੇ ਪਹੁੰਚਣ ਦੇ ਲਈ ਤਿਆਰ ਹੈ। ਇਸ ਵਿਚਕਾਰ ਅਮਰੀਕਾ 'ਚ ਇੱਕ ਦਿਨ ਪਹਿਲਾਂ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕਾ ਦੇ ਵਿੱਚ ਸ਼ੁਰੂਆਤੀ 30 ਲੱਖ ਖੁਰਾਕਾਂ ਫਰਸਟ ਲਾਈਨ ਵਰਕਰਸ, ਹੈਲਥ ਵਰਕਰਸ ਅਤੇ ਬਜ਼ੁਰਗ ਮਰੀਜ਼ਾਂ ਦੇ ਲਈ ਰੱਖੀਆਂ ਗਈਆਂ ਨੇ। ਜ਼ਿਆਦਾਤਰ ਅਧਿਕਾਰੀਆਂ ਨੂੰ ਜਾਨਲੇਵਾ ਵਾਇਰਸ ਤੋਂ ਬਚਾਉਣ ਦੇ ਲਈ ਆਉਣ ਵਾਲੇ ਮਹੀਨਿਆਂ ਦੇ ਵਿੱਚ ਟੀਕਿਆਂ ਦੀਆਂ ਲੱਖਾਂ ਖੁਰਾਕਾਂ ਦੀ ਜ਼ਰੂਰਤ ਹੋਵੇਗੀ। FDA ਨੇ ਕਰੋਨਾ ਦੇ ਦੂਜੇ ਟੀਕੇ ਨੂੰ ਲੈ ਕੇ ਆਪਣੀ ਸਟੱਡੀ ਪਬਲਿਸ਼ ਕਰਨ ਦੇ ਲਈ ਵੀ ਤਿਆਰੀ ਕਰ ਲਈ ਹੈ। ਸੋਮਵਾਰ ਨੂੰ ਹਸਪਤਾਲ ਨੂੰ ਟੀਕੇ ਦੀਆਂ 3900 ਸ਼ੀਸ਼ੀਆਂ ਜਾਣੀ ਕਿ ਬੈਚ ਮਿਲਿਆ ਹੈ। ਦੱਸੀਏ ਕਿ ਹਰ ਸ਼ੀਸ਼ੀ ਦੇ ਵਿੱਚ ਟੀਕੇ ਦੀਆਂ 5 ਖੁਰਾਕਾਂ ਹੁੰਦੀਆਂ ਹਨ। ਇਸ ਟੀਕੇ ਨੂੰ 2 ਵਾਰ ਲਗਾਇਆ ਜਾਵੇਗਾ। ਅਕਤੂਬਰ ਮਹੀਨੇ ਦੌਰਾਨ ਕੈਨੇਡਾ ਦੇ ਵਿੱਚ 15,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ ਹੈ। ਸਤੰਬਰ ਦੇ ਵਿੱਚ ਵੀ ਲਗਭਗ ਇੰਨੀ ਹੀ ਗਿਣਤੀ ਵਿੱਚ ਇਮੀਗ੍ਰੈਂਟਸ ਦਾ ਵੈਲਕਮ ਕੀਤਾ ਗਿਆ ਸੀ। ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਕਤੂਬਰ ਅਜਿਹਾ ਦੂਸਰਾ ਮਹੀਨਾ ਹੈ ਜਿੱਥੇ ਵੱਧ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਕੈਨੇਡਾ ਅੰਦਰ ਆਏ ਹਨ। ਬਾਕੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਖਬਰ ਦੇ ਵਿੱਚ। ਅਕਤੂਬਰ ਮਹੀਨੇ ਦੇ ਵਿੱਚ ਕੈਨੇਡਾ ਨੇ 15,000 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਹੈ। ਸਪਟੰਬਰ ਦੇ ਵਿੱਚ ਵੀ ਇੰਨੇ ਇਮੀਗ੍ਰੈਂਟਸ ਦਾ ਵੈਲਕਮ ਕੀਤਾ ਗਿਆ ਸੀ। ਦ ਨਿਊ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ
ਅਕਤੂਬਰ ਨੂੰ ਅਜਿਹਾ ਦੂਜਾ ਮਜ਼ਬੂਤ ਮਹੀਨਾ ਐਲਾਨਿਆ ਹੈ ਜਿੱਥੇ ਕੋਵਿਡ ਪੈਂਡੇਮਿਕ ਦੇ ਦੌਰਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਆਏ। ਆਮ ਮਹੀਨਿਆਂ ਦੇ ਵਿੱਚ ਇੱਕ ਮਹੀਨੇ ਅੰਦਰ 25,000 ਤੋਂ 35,000 ਇਮੀਗ੍ਰੈਂਟਸ ਕੈਨੇਡਾ ਆਉਂਦੇ ਸਨ। ਪਿਛਲੇ ਸਾਲ ਅਕਤੂਬਰ 2019 ਦੇ ਮੁਤਾਬਕ 31,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ ਸੀ। 2020 ਦੇ ਪਹਿਲੇ 10 ਮਹੀਨਿਆਂ ਦੇ ਵਿੱਚ 1,58,000 ਜਾਣੇ ਬਾਹਰੋਂ ਆਏ। ਪਿਛਲੇ ਸਾਲ ਇਹ ਗਿਣਤੀ 3,41,000 ਸੀ। ਜੂਨ ਮਹੀਨੇ ਦੌਰਾਨ ਵੀ ਕਈ PR ਐਡਮਿਟ ਕੀਤੇ ਗਏ। ਆਉਣ ਵਾਲੇ ਸਾਲਾਂ 'ਚ ਕੈਨੇਡਾ ਨੇ ਜ਼ਿਆਦਾ ਇਮੀਗ੍ਰੈਂਟਸ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਹੈ। 2021 ਤੋਂ 2023 ਦੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਮੁਤਾਬਕ ਹਰ ਸਾਲ 4 ਲੱਖ ਇਮੀਗ੍ਰੈਂਟਸ ਦਾ ਵੈਲਕਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਦੱਸੀਏ ਕਿ ਕੋਵਿਡ-19 ਦੇ ਚੱਲਦਿਆਂ ਕੈਨੇਡਾ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਟਰੈਵਲ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ, ਜਿਸ ਦੇ ਚੱਲਦਿਆਂ ਵੀ ਕਈ ਇਮੀਗ੍ਰੈਂਟਸ ਇੱਥੇ ਆਏ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਕੱਲ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਟੀਕਾਕਰਨ ਕੀਤਾ ਗਿਆ। ਡੋਜ਼ਸ ਕੋਰੋਨਾ ਵਾਇਰਸ ਦੇ ਦਿੱਤੇ ਗਏ ਨੇ। ਅੱਜ ਵੀ ਕੁਝ ਜਗ੍ਹਾਵਾਂ ਦੇ ਉੱਪਰ ਇਹ ਸਿਲਸਿਲਾ ਜਾਰੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾਏਗੀ। ਓਟਵਾ ਦੇ ਵਿੱਚ ਵੀ ਕੋਵਿਡ-19 ਦਾ ਪਹਿਲਾ ਟੀਕਾ ਹੈਲਥ ਕੇਅਰ ਵਰਕਰ ਨੂੰ ਲਗਾਇਆ ਗਿਆ। ਇੱਥੇ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਇਜ਼ਾ ਲੈਣ ਦੇ ਲਈ ਪਹੁੰਚੇ। ਉਹਨਾਂ ਦੇ ਨਾਲ ਹੈਲਥ ਮਿਨਿਸਟਰ ਵੀ ਮੌਜੂਦ ਸੀ। ਦੱਸ ਦਈਏ ਕਿ ਕੋਵਿਡ-19 ਵੈਕਸੀਨ ਮਿਲਣ ਦੇ ਨਾਲ ਤੇ ਇਸ ਦੀ ਸ਼ੁਰੂਆਤ ਹੋਣ ਦੇ ਨਾਲ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਉੱਪਰ ਲਗਾਮ ਲਗਾ ਲਈ ਜਾਏਗੀ, ਯਾਨੀ ਕਿ ਇਸ ਨੂੰ ਕੰਟਰੋਲ ਕਰ ਲਿਆ ਜਾਵੇਗਾ। ਅੱਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਵੇਗੀ, ਜਿੱਥੇ ਪਹਿਲਾ ਕੋਰੋਨਾ ਟੀਕਾ ਲਗਾਇਆ ਜਾਵੇਗਾ। ਦੱਸੀਏ ਕਿ ਕੈਨੇਡਾ ਦੇ ਵਿੱਚ ਹੈਲਥ ਕੈਨੇਡਾ ਨੇ ਕੋਰੋਨਾ ਟੀਕੇ ਨੂੰ ਅਪਰੂਵ ਕੀਤਾ, ਜਿਸ ਤੋਂ ਬਾਅਦ ਕੈਨੇਡਾ ਅੰਦਰ ਵੱਖ-ਵੱਖ ਥਾਵਾਂ ਤੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ। ਅੱਜ ਵੀ ਇਸੇ ਲੜੀ ਤਹਿਤ ਵੈਕਸੀਨ ਡੋਜ਼ਸ ਦਿੱਤੇ ਜਾਣਗੇ। ਅੱਜ ਇਹ ਕੋਵਿਡ-19 ਦਾ ਟੀਕਾ ਓਟਵਾ ਦੇ ਵਿੱਚ ਵੀ ਲਗਾਇਆ ਗਿਆ। ਇੱਥੇ ਓਟਵਾ ਹਸਪਤਾਲਾਂ ਦੇ ਲੌਂਗ ਟਰਮ ਕੇਅਰ ਵਰਕਰਸ ਨੂੰ ਟੀਕਾ ਲਗਾਇਆ ਜਾਵੇਗਾ। ਜੋ ਐਨ ਮਾਈਨਰ ਨਾਮ ਦੀ ਔਰਤ ਨੂੰ ਪਹਿਲਾ ਕੋਰੋਨਾ ਟੀਕਾ ਲਗਾਇਆ ਗਿਆ। ਦੱਸ ਦਈਏ ਕਿ ਜੋ ਇੱਕ ਪਰਸਨਲ ਸਪੋਰਟ ਵਰਕਰ ਹੈ। ਇਸ ਮੌਕੇ ਪ੍ਰਧਾਨ ਮੰਤਰੀ ਖੁਦ ਇੱਥੇ ਆਏ ਸਨ। ਉਹਨਾਂ ਦੇ ਨਾਲ ਹੈਲਥ ਮਿਨਿਸਟਰ ਵੀ ਮੌਜੂਦ ਸਨ, ਜਿੱਥੇ ਉਹਨਾਂ ਨੇ ਹਸਪਤਾਲ ਸਟਾਫ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਓਟਵਾ ਦੇ ਮੇਅਰ ਜਿਮ ਵੈਟਸਨ ਨੇ ਵੀ ਟਵਿੱਟਰ ਦੇ ਉੱਪਰ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹ ਕੋਰੋਨਾ ਟੀਕੇ ਦਾ ਲੱਗਣਾ ਅੱਜ ਓਟਵਾ ਦੇ ਲਈ ਇਤਿਹਾਸਿਕ ਪਲ ਹੈ। ਓਟਵਾ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਹਸਪਤਾਲ ਨੂੰ 3,000 ਡੋਜ਼ਸ ਮਿਲ ਚੁੱਕੀਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ 1,500 ਦੇ ਕਰੀਬ ਲੌਂਗ ਟਰਮ ਕੇਅਰ ਵਰਕਰਸ ਨੂੰ ਇੱਥੇ ਕੋਰੋਨਾ ਵੈਕਸੀਨ ਇੱਕ ਹਫ਼ਤੇ ਅੰਦਰ ਦਿੱਤਾ ਜਾਵੇਗਾ। ਦੱਸੀਏ ਕਿ ਕੋਵਿਡ-19 ਵੈਕਸੀਨ ਦਾ ਕਾਫੀ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੈਲਥ ਕੈਨੇਡਾ ਵੱਲੋਂ ਇਸ ਨੂੰ ਅਪਰੂਵਲ ਦਿੱਤੇ ਜਾਣ ਤੋਂ ਬਾਅਦ ਹੁਣ ਹਰ ਕਿਸੇ ਦੇ ਮਨ ਦੇ ਵਿੱਚ ਉਮੀਦ ਜਾਗ ਗਈ ਹੈ ਕਿ ਜਲਦ ਤੋਂ ਜਲਦ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਆਮ ਜ਼ਿੰਦਗੀ ਉਹਨਾਂ ਵੱਲੋਂ ਜੀ ਜਾ ਸਕੇਗੀ। ਕੈਨੇਡਾ ਨੂੰ ਇੱਕ ਪਾਸੇ ਕੋਵਿਡ-19 ਦਾ ਟੀਕਾ ਮਿਲ ਗਿਆ ਹੈ, ਪਰ ਦੂਸਰੇ ਪਾਸੇ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਅਜੇ ਵੀ ਕੋਰੋਨਾ ਮਰੀਜ਼ਾਂ ਦਾ, ਜਾਣੀ ਕਿ ਕੋਵਿਡ-19 ਪੋਜ਼ਿਟਿਵ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਓਨਟਾਰੀਓ ਦੇ ਵਿੱਚ ਇੱਕ ਦਿਨ ਅੰਦਰ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਗਏ ਨੇ। 2,000 ਤੋਂ ਜ਼ਿਆਦਾ 24 ਘੰਟਿਆਂ ਦੌਰਾਨ ਇੱਥੇ ਕੋਵਿਡ ਪੋਜ਼ਿਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਅੰਦਰ ਕੀ ਕੇਸਿਸ ਓਵਰਵਿਊ ਹੈ। ਇਹ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦੇਵਾਂਗੇ। ਕੈਨੇਡਾ ਨੂੰ ਆਪਣੀ ਕੋਵਿਡ-19 ਵੈਕਸੀਨ ਚਾਹੇ ਮਿਲ ਗਈ ਹੈ, ਪਰ ਫਿਰ ਵੀ ਯਾਦ ਰਵੇ ਕਿ ਕੋਰੋਨਾ ਮਾਮਲਿਆਂ ਦਾ ਸਾਹਮਣੇ ਆਉਣਾ ਅਜੇ ਰੁਕਿਆ ਨਹੀਂ। 24 ਘੰਟਿਆਂ ਦੌਰਾਨ ਓਨਟਾਰੀਓ ਦੇ ਵਿੱਚ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਗਏ। ਇੱਥੇ 2,275 ਦੇ ਕਰੀਬ ਨਵੇਂ ਕੋਵਿਡ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 900 ਦੇ ਕਰੀਬ ਪਹੁੰਚ ਗਈ ਹੈ। ਟੋਰਾਂਟੋ ਤੋਂ 711, ਪੀਲ ਰੀਜਨ ਤੋਂ 586, ਵਿੰਡਸਰ ਐਸੈਕਸ ਤੋਂ 185, ਯਾਰਕ ਰੀਜਨ ਤੋਂ 154 ਮਾਮਲੇ ਰਿਪੋਰਟ ਕੀਤੇ ਗਏ ਹਨ। ਓਨਟਾਰੀਓ ਅੰਦਰ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ 921 ਦੇ ਕਰੀਬ ਪਹੁੰਚ ਗਈ ਹੈ। ਇਹਨਾਂ ਦੇ ਵਿੱਚੋਂ 249 ਇੰਟੈਂਸਿਵ ਕੇਅਰ ਅਧੀਨ ਹਨ, 156 ਵੈਂਟੀਲੇਟਰ ਦੇ ਉੱਪਰ ਹਨ। ਇਹਨਾਂ ਨਵੇਂ ਆਏ ਮਾਮਲਿਆਂ ਦੇ ਵਿੱਚੋਂ 319 ਸਕੂਲ ਰਿਲੇਟਡ ਹਨ, ਜਿਨ੍ਹਾਂ ਚੋਂ 270 ਵਿਦਿਆਰਥੀ ਅਤੇ 48 ਸਟਾਫ ਮੈਂਬਰ ਸ਼ਾਮਲ ਹਨ। 17,031 ਇੱਥੇ ਐਕਟਿਵ ਕੇਸਿਸ ਨੇ। ਵੈਕਸੀਨੇਸ਼ਨ ਦੀ ਅਪਡੇਟ ਦੀ ਜੇਕਰ ਗੱਲ ਕਰੀਏ ਤਾਂ ਇਹ ਜਾਣਕਾਰੀ ਡਗ ਫੋਰਡ ਵੱਲੋਂ ਸਾਂਝੀ ਕੀਤੀ ਗਈ ਹੈ ਕਿ 142 ਦੇ ਕਰੀਬ ਹੈਲਥ ਕੇਅਰ ਵਰਕਰਸ ਨੂੰ ਕੋਵਿਡ-19 ਟੀਕਾ ਦੇ ਦਿੱਤਾ ਗਿਆ ਹੈ। ਕਿਊਬੈਕ ਦੇ ਵਿੱਚ 1,741 ਨਵੇਂ ਕੋਵਿਡ ਕੇਸ ਰਿਕਾਰਡ ਹੋਏ, ਨਾਲ ਦੀ ਨਾਲ 39 ਲੋਕਾਂ ਦੀ ਮੌਤ ਵੀ ਹੋਈ ਹੈ। 1,67,976 ਦੇ ਕਰੀਬ ਕਨਫਰਮਡ ਕੇਸਿਸ ਇੱਥੇ ਹਨ ਤੇ ਮੌਤਾਂ ਦਾ ਅੰਕੜਾ 7,571 ਤੱਕ ਪਹੁੰਚ ਗਿਆ ਹੈ।
ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ 959 ਹੈ, ਜਿਨ੍ਹਾਂ ਦੇ ਵਿੱਚੋਂ 125 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 272 ਨਵੇਂ ਕੇਸ ਰਿਪੋਰਟ ਹੋਏ ਹਨ। ਹੁਣ ਤੱਕ ਕੁੱਲ ਮੌਤਾਂ ਇੱਥੇ 500 ਦੇ ਕਰੀਬ ਹੋ ਚੁੱਕੀਆਂ ਨੇ। ਦੱਸ ਦਈਏ ਕਿ ਕੱਲ੍ਹ ਤੋਂ ਇੱਥੇ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਜਿਸ ਦੇ ਤਹਿਤ ਫਰੰਟਲਾਈਨ ਵਾਰੀਅਰਸ ਨੂੰ ਇਹ ਵੈਕਸੀਨ ਪਹਿਲ ਦੇ ਆਧਾਰ ਦੇ ਉੱਪਰ ਲਗਾਇਆ ਜਾਵੇਗਾ। ਹੁਣ ਤੱਕ ਕੈਨੇਡਾ ਦੇ ਵਿੱਚ 4,73,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਦੇ ਵਿੱਚੋਂ 13,627 ਦੇ ਕਰੀਬ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। 3,84,000 ਦੇ ਕਰੀਬ ਰਿਕਵਰਡ ਕੇਸਿਸ ਹਨ, ਜਾਣੀ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੈ। ਦੱਸੀਏ ਕਿ ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਦੀ ਸ਼ੁਰੂਆਤ ਹੋ ਚੁੱਕੀ ਹੈ। ਹੈਲਥ ਕੈਨੇਡਾ ਤੋਂ ਅਪਰੂਵਲ ਮਿਲਣ ਤੋਂ ਬਾਅਦ ਕੱਲ ਤੋਂ ਇਹਨਾਂ ਨੂੰ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਕੋਰੋਨਾ ਵਾਇਰਸ ਨੂੰ ਖਤਮ ਕਰ ਲਿਆ ਜਾਵੇਗਾ। ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਹੁਣ ਪੱਕੇ ਹੋਣ ਦਾ ਕੰਮ ਸੌਖਾ ਹੋਇਆ ਹੈ। ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦੱਸ ਦਈਏ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ 2 ਨਵੀਆਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ, ਜਿਸ ਦੇ ਤਹਿਤ ਕੈਨੇਡਾ ਦੇ ਰੂਰਲ ਜਿਹੜੇ ਕੁਝ ਹਿੱਸੇ ਨੇ ਆਸਾਨੀ ਨਾਲ ਉੱਥੇ ਜਿਹੜਾ ਤੁਸੀਂ ਪੱਕੇ ਹੋ ਸਕਦੇ ਹੋ। ਬਾਕੀ ਜਾਣਕਾਰੀ ਤੁਹਾਨੂੰ ਪੂਰੀ ਅਪਡੇਟ ਇਸ ਖਬਰ ਦੇ ਵਿੱਚ ਦੱਸਾਂਗੇ। ਰੂਰਲ ਏਰੀਆਜ਼ ਦੇ ਵਿੱਚ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਲਈ ਕੈਨੇਡਾ ਵੱਲੋਂ ਕਦਮ ਚੁੱਕਿਆ ਗਿਆ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਵੱਲੋਂ 2 ਨਵੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ। ਇਸ ਦੇ ਤਹਿਤ ਹੁਣ ਉਮੀਦਵਾਰ ਨੂੰ ਐਕਿਊਮੂਲੇਟਿਡ ਵਰਕ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੋਵੇਗੀ। ਜੇਕਰ ਐਪਲੀਕੇਸ਼ਨ ਪ੍ਰੋਸੀਡਿੰਗ 3 ਸਾਲਾਂ ਦੇ ਵਿੱਚ ਪੂਰੀ ਹੋਵੇਗੀ ਤਾਂ ਇਸ ਨੂੰ ਕੈਨੇਡਾ ਵਰਕ ਐਕਸਪੀਰੀਅੰਸ ਕਾਊਂਟ ਕਰੇਗਾ, ਪਰ ਅਜੇ ਵੀ 1 ਸਾਲ ਦੇ ਕੰਮ ਤੇ ਤਜਰਬੇ ਦੀ ਜ਼ਰੂਰਤ ਹੋਵੇਗੀ। ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਨੇ ਪਾਇਲਟ ਦੇ ਲਈ ਅਪਲਾਈ ਕੀਤਾ ਹੈ ਅਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਫਿਊਚਰ ਦੇ ਵਿੱਚ ਕਰਨਗੇ। ਨਾਲ ਹੀ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ PR ਦੇ ਐਪਲੀਕੈਂਟਸ ਜੋ ਉਡੀਕ ਵਿੱਚ ਹਨ, ਉਹਨਾਂ ਨੂੰ ਜੁਰਮਾਨਾ ਦਿੱਤੇ ਬਿਨਾਂ ਵਰਕ ਪਰਮਿਟ ਦੇ ਲਈ ਅਪਲਾਈ ਕਰਨ ਦੀ ਆਗਿਆ ਦੇ ਰਿਹਾ ਹੈ। ਪਰ ਐਪਲੀਕੈਂਟਸ ਨੂੰ ਪ੍ਰੋਗਰਾਮ ਰਿਕੁਆਇਰਮੈਂਟਸ ਜੋ ਕਿ RNIP ਦੀਆਂ ਹਨ, ਉਹਨਾਂ ਨੂੰ ਪੂਰਾ ਕਰਨਾ ਹੋਵੇਗਾ। RNIP ਕੁਝ ਕੈਨੇਡਾ ਦੀਆਂ ਰੂਰਲ ਕਮਿਊਨਿਟੀਜ਼ ਨੂੰ ਸਕਿਲਡ ਵਰਕਰਸ ਦੇ ਲਈ PR ਦੇ ਰਸਤੇ ਖੋਲ੍ਹੇਗਾ। ਜਦੋਂ IRCC ਨੇ RNIP ਦੇ ਅਧੀਨ ਪਹਿਲੇ ਪਰਮਨੈਂਟ ਰੈਜ਼ੀਡੈਂਸ ਦਾ ਐਲਾਨ ਕੀਤਾ, ਉਦੋਂ ਨਵੇਂ ਮੈਸ਼ਰਸ ਵੀ ਐਲਾਨੇ ਗਏ। ਇਮੀਗ੍ਰੈਂਟਸ ਦੇ ਵਿੱਚ 36% ਕੈਨੇਡਾ ਦੇ ਫਾਰਮਾਸਿਸਟ ਅਤੇ ਫੈਮਿਲੀ ਫਿਜ਼ੀਸ਼ੀਅਨ, 39% ਡੈਂਟਿਸਟ, 27% ਲਾਇਸੈਂਸਡ ਪ੍ਰੈਕਟੀਕਲ ਨਰਸ, 35% ਨਰਸ ਏਡਸ ਸ਼ਾਮਿਲ ਹਨ। 2011 ਤੋਂ 2016 ਦੇ ਵਿੱਚ ਆਏ 40% ਨਿਊ ਕਮਰਸ ਕੈਨੇਡਾ ਦੇ ਵਿੱਚ ਹੈਲਥ ਕੇਅਰ ਸੈਕਟਰ 'ਚ ਕੰਮ ਕਰਦੇ ਹਨ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਦਿੱਤੀ ਵੱਡੀ ਖੁਸ਼ਖਬਰੀ, ਕੈਨੇਡਾ ਨੂੰ ਮਿਲੇਗਾ ਇੱਕ ਹੋਰ ਨਵਾਂ ਕੋਰੋਨਾ ਵੈਕਸੀਨ। ਓਟਵਾ ਦੇ ਵਿੱਚ ਲੱਗਿਆ ਪਹਿਲਾ ਕੋਰੋਨਾ ਟੀਕਾ, ਟਰੂਡੋ ਵੀ ਆਏ ਖੁਦ ਜਾਇਜ਼ਾ ਲੈਣ। ਅਕਤੂਬਰ ਮਹੀਨੇ ਦੇ ਵਿੱਚ ਕੈਨੇਡਾ ਨੇ ਕੀਤਾ 15,000 ਦਾ ਸਵਾਗਤ, ਜ਼ਿਆਦਾ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਹੈ ਟੀਚਾ। ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਪੱਕਾ ਹੋਣਾ ਹੋਇਆ ਸੌਖਾ, ਇਮੀਗ੍ਰੇਸ਼ਨ ਮੰਤਰੀ ਨੇ ਕਰ ਦਿੱਤਾ ਵੱਡਾ ਐਲਾਨ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕੋਵਿਡ-19 ਦੇ ਮਾਮਲੇ ਸਾਹਮਣੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।